ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਪੀ ਸਟਾਰਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਆਪਾਂ ਲੈਕਚਰ ਨੰਬਰ 7 ਦੇ ਵਿੱਚ 30 ਹੋਰ ਇੰਪੋਰਟੈਂਟ MCQs ਕੁਇਕ ਰਿਵੀਜ਼ਨ ਦੇ ਦੁਆਰਾ ਕਰਾਂਗੇ ਜੀ। ਇਸ ਤੋਂ ਪਹਿਲਾਂ 6 ਲੈਕਚਰ ਅਪਲੋਡ ਨੇ ਜਿਸ ਦੇ ਵਿੱਚ ਕਾਫੀ ਇੰਪੋਰਟੈਂਟ ਜਿਹੜੇ ਕੁਐਸਚਨ ਨੇ ਆਪਾਂ ਡਿਸਕਸ ਕਰ ਚੁੱਕੇ ਹਾਂ ਜੀ। ਔਰ ਇਸ ਤੋਂ ਇਲਾਵਾ ਡਿਟੇਲ ਦੇ ਵਿੱਚ ਵੀ ਕਾਫੀ ਪੰਜਾਬੀ ਵਿਆਕਰਨ ਦੀਆਂ ਔਰ ਆਧੁਨਿਕ ਪੰਜਾਬੀ ਕਵੀਆਂ ਦੀਆਂ ਜਿਸ ਤਰ੍ਹਾਂ ਵੀਡੀਓ ਅਪਲੋਡ ਨੇ ਜੀ, ਕਾਫੀ ਹੈਲਪਫੁਲ ਨੇ ਤੁਹਾਡੀ ਮਾਸਟਰ ਕੈਡਰ ਪੰਜਾਬੀ ਦੀ ਤਿਆਰੀ ਦੇ ਲਈ। ਔਰ ਇਸ ਤੋਂ ਇਲਾਵਾ ਜੇਕਰ ਤੁਸੀਂ ਮਾਸਟਰ ਕੈਡਰ SST ਦੀ ਤਿਆਰੀ ਕਰ ਰਹੇ ਹੋ ਤਾਂ ਉਸ ਦੇ ਲਈ ਵੀ ਕਾਫੀ ਜ਼ਿਆਦਾ ਵੀਡੀਓ ਜਿਹੜੀਆਂ ਨੇ ਹਿਸਟਰੀ 6 ਦੀਆਂ ਅਪਲੋਡ ਨੇ, ਜਿਨ੍ਹਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਵੀਡੀਓ ਦੇ ਅੰਤ ਦੇ ਵਿੱਚ ਵੀ ਪਲੇਲਿਸਟ ਸ਼ੋ ਹੋ ਜਾਏਗੀ, ਜਿਸ ਦੀ ਹੈਲਪ ਦੇ ਨਾਲ ਤੁਸੀਂ ਜਿਹੜੀ ਆਪਣੀ ਤਿਆਰੀ ਆ ਉਹ ਕਰ ਸਕਦੇ ਹੋ ਜੀ। ਸੋ ਸਟਾਰਟ ਕਰਦੇ ਜੀ ਅੱਜ ਦੀ ਵੀਡੀਓ। ਫਸਟ ਕੁਐਸਚਨ ਹੈ ਜੀ ਆਪਣਾ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਲਈ ਕਿਸ ਛੰਦ ਦਾ ਜਿਹੜਾ ਪ੍ਰਯੋਗ ਕੀਤਾ ਹੈ? ਆਪਸ਼ਨ A ਹੈ ਜੀ ਦਵਈਆ, B ਹੈ ਜੀ ਸਵਈਆ, C ਹੈ ਜੀ ਨਿਸ਼ਾਨੀ, D ਹੈ ਜੀ ਕੋਈ ਨਹੀਂ। ਜਿਵੇਂ ਕਿ ਆਪਾਂ ਪਹਿਲੀਆਂ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਜੀ ਇਸ ਤੋਂ ਪਹਿਲਾਂ ਕਿ ਭਾਈ ਗੁਰਦਾਸ ਜੀ ਜੋ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਜੀ। ਇੱਕ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਹੋਇਆ ਸੀ ਕਿ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸੀ? ਭਾਈ ਗੁਰਦਾਸ ਜੀ ਸ਼੍ਰੀ ਗੁਰੂ ਅਮਰਦਾਸ ਜੀ ਜੋ ਕਿ ਸਿੱਖਾਂ ਦੇ ਤੀਸਰੇ ਗੁਰੂ ਸੀ ਜੀ, ਉਹਨਾਂ ਦੇ ਭਤੀਜੇ ਲੱਗਦੇ ਸੀ। ਔਰ ਉਹਨਾਂ ਨੇ 39 ਵਾਰਾਂ ਦੀ ਰਚਨਾ ਕੀਤੀ ਸੀ ਜੀ। ਭਾਵੇਂ ਉਹਨਾਂ ਦੀਆਂ ਵਾਰਾਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ, ਬਟ ਉਹਨਾਂ ਦੀਆਂ ਵਾਰਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀ ਕੁੰਜੀ ਆਖਿਆ ਸੀ, ਜਿਸ ਦਾ ਕਾਰਨ ਇਹ ਸੀ ਕਿ ਉਹਨਾਂ ਦੀ ਗੁਰਬਾਣੀ ਜਿਹੜੀਆਂ ਵਾਰਾਂ ਸੀ ਉਸ ਦੇ ਵਿੱਚ ਗੁਰਬਾਣੀ ਦੇ ਆਸ਼ਿਆਂ ਦੀ ਵਿਸਥਾਰਪੂਰਵਕ ਵਿਆਖਿਆ ਅਤੇ ਗੁਰਮੁਖ ਦੇ ਜਿਹੜਾ ਗੁਰਮਤ ਦਾ ਫਲਸਫਾ ਹੈ ਜੀ ਉਸ ਨੂੰ ਦਲੀਲਾਂ ਅਤੇ ਉਦਾਹਰਨਾਂ ਦੇ ਨਾਲ ਜਿਹੜਾ ਸਪਸ਼ਟ ਕੀਤਾ ਸੀ ਜੀ। ਔਰ ਉਹਨਾਂ ਨੇ ਜਿਹੜੀਆਂ ਇਹ ਲਿਖੀਆਂ ਸੀ ਜੀ ਵਾਰਾਂ, ਉਹ ਲਿਖੀਆਂ ਸੀ ਜੀ ਆਪਸ਼ਨ C ਸਹੀ ਆਨਸਰ ਆਏਗਾ, ਨਿਸ਼ਾਨੀ ਛੰਦ ਦਾ ਜਿਹੜਾ ਪ੍ਰਯੋਗ ਕਰਕੇ ਜੀ। ਔਰ ਇੱਕ ਹੋਰ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ ਕਿ ਡਾਕਟਰ ਮੋਹਨ ਸਿੰਘ ਜੀ ਉਹਨਾਂ ਨੂੰ ਜਿਹੜਾ ਹੈ ਪੰਜਾਬੀ ਦਾ ਸੇਂਟ ਪਾਲ ਕਹਿੰਦੇ ਨੇ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 2 ਹੈ ਜੀ, ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ ਕਿੱਸਾ ਲਿਖਣ ਵਾਲਾ ਪਹਿਲਾ ਕਵੀ ਹੈ? ਆਪਸ਼ਨ A ਹੈ ਜੀ ਪੀਲੂ, B ਹੈ ਜੀ ਹਾਸ਼ਮ, C ਹੈ ਜੀ ਪੁੱਛਿਆ, D ਹੈ ਜੀ ਦਮੋਦਰ। ਤਾਂ ਇਸ ਕੁਐਸਚਨ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ C ਹੈ ਜੀ ਪੁੱਛਿਆ। ਸੋ ਪਹਿਲਾਂ ਤਾਂ ਦੱਸ ਦਈਏ ਕਿ ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜੀ, ਜਿਸ ਦਾ ਮੂਲ ਧਾਤੂ ਕਸ ਹੈ ਔਰ ਕਸ ਦੇ ਅਰਥ ਹਨ ਪਿੱਛੇ ਜਾਣਾ ਜਾਂ ਪਿੱਛਾ ਕਰਨਾ, ਔਰ ਕੋਸ਼ਗਤ ਅਰਥ ਇਸ ਦਾ ਹੋਊਗਾ ਕਹਾਣੀ, ਕਥਾ ਜਾਂ ਬਿਰਤਾਂਤ। ਔਰ ਡਾਕਟਰ ਮਨਮੋਹਨ ਸਿੰਘ ਦੀਵਾਨਾ ਅਨੁਸਾਰ ਕਿੱਸਾ ਇੱਕ ਜਿਹੜੀ ਹੈ ਕਲਪਿਤ ਵਾਰਤਾ ਹੈ ਔਰ ਉਸ ਦੇ ਅਨੁਸਾਰ ਜਿਹੜਾ ਸਭ ਤੋਂ ਪਹਿਲਾਂ ਕਿੱਸਾ ਲਿਖਣ ਵਾਲਾ ਕਵੀ ਸੀ ਉਹ ਸੀ ਪੁੱਛਿਆ। ਔਰ ਉਸਨੇ ਜਿਹੜਾ ਪੂਰਵ ਨਾਨਕ ਕਾਲ ਦੇ ਦੌਰਾਨ ਜਿਹੜਾ ਹੈ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 3, ਸੱਸੀ ਪੁੰਨੂ ਦਾ ਕਿੱਸਾ ਸਭ ਤੋਂ ਪਹਿਲਾਂ ਵਿਸਥਾਰ ਨਾਲ ਕਿਸ ਨੇ ਲਿਖਿਆ? ਆਪਸ਼ਨ A ਹੈ ਜੀ ਹਾਸ਼ਮ, B ਹੈ ਜੀ ਹਾਫਿਜ਼ ਬਰਖੁਰਦਾਰ, C ਹੈ ਜੀ ਮੁਕਬਲ, D ਹੈ ਜੀ ਦਮੋਦਰ। ਸਹੀ ਆਨਸਰ ਆਏਗਾ ਜੀ ਆਪਸ਼ਨ B ਜੀ ਹਾਫਿਜ਼ ਬਰਖੁਰਦਾਰ ਨੇ ਜਿਹੜਾ ਹੈ ਸੱਸੀ ਪੁੰਨੂ ਦਾ ਕਿੱਸਾ ਸਭ ਤੋਂ ਪਹਿਲਾਂ ਵਿਸਥਾਰ ਦੇ ਵਿੱਚ ਲਿਖਿਆ ਸੀ। ਔਰ ਇਸ ਤੋਂ ਇਲਾਵਾ ਉਹਨਾਂ ਨੇ ਮਿਰਜ਼ਾ ਸਾਹਿਬਾ ਔਰ ਯੂਸਫ ਜ਼ੁਲੈਖਾ ਕਿੱਸਾ ਵੀ ਲਿਖਿਆ ਸੀ ਔਰ ਉਹਨਾਂ ਨੂੰ ਜਿਹੜੀ ਪ੍ਰਸਿੱਧੀ ਮਿਲੀ ਸੀ ਉਹ ਯੂਸਫ ਜ਼ੁਲੈਖਾ ਦੇ ਕਿੱਸੇ ਦੇ ਨਾਲ ਮਿਲੀ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 4, ਖਾਨ ਖੀਵਾ ਕੌਣ ਸੀ? ਆਪਸ਼ਨ A ਜੀ ਮਿਰਜ਼ੇ ਦਾ ਪਿਤਾ, B ਹੈ ਸਾਹਿਬਾ ਦਾ ਪਿਤਾ, C ਹੈ ਜੀ ਹੀਰ ਦਾ ਪਿਤਾ, D ਹੈ ਜੀ ਰਾਂਝੇ ਦਾ ਪਿਤਾ। ਆਨਸਰ ਆਏਗਾ ਜੀ ਆਪਸ਼ਨ B ਜੀ। ਸੋ ਸਾਹਿਬਾ ਦੇ ਪਿਤਾ ਦਾ ਨਾਂ ਜਿਹੜਾ ਹੈ ਉਹ ਖਾਨ ਖੀਵਾ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਆਪਣਾ 5 ਹੈ ਜੀ, ਚਿੜੀ ਚੂਕਦੀ ਨਾਲ ਜਾਂ ਤੁਰੇ ਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ, ਪ੍ਰਮੁੱਖ ਸਤਰਾਂ ਦਾ ਲੇਖਕ ਕੌਣ ਹੈ ਜੀ ਇਹਨਾਂ ਦਾ? ਆਪਸ਼ਨ A ਹੈ ਜੀ ਮੁਕਬਲ, B ਹੈ ਜੀ ਪੀਲੂ, C ਹੈ ਜੀ ਵਾਰਿਸ ਸ਼ਾਹ, D ਹੈ ਜੀ ਦਮੋਦਰ। ਸਹੀ ਆਨਸਰ ਆਏਗਾ ਜੀ ਆਪਸ਼ਨ C ਜੀ। ਸੋ ਵਾਰਿਸ ਸ਼ਾਹ ਜਿਨ੍ਹਾਂ ਨੇ ਹੀਰ ਦਾ ਪ੍ਰਸਿੱਧ ਕਿੱਸਾ ਲਿਖਿਆ ਜੀ, ਸੋ ਉਹਨਾਂ ਦੀਆਂ ਪ੍ਰਸਿੱਧ ਸਤਰਾਂ ਨੇ ਜੀ ਚਿੜੀ ਚੂਕਦੀ ਨਾਲ ਜਾਂ ਤੁਰੇ ਪਾਉਂਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ। ਔਰ ਇਸ ਤੋਂ ਇਲਾਵਾ ਇੱਕ ਹੋਰ ਇਹਨਾਂ ਦੀ ਮਸ਼ਹੂਰ ਜਿਹੜੀ ਸਤਰ ਆਉਂਦੀ, ਹੀਰ ਆਖਦੀ ਜੋਗੀਆ ਝੂਠ ਆਖੇ ਕੌਣ ਵਿਛੜੇ ਯਾਰ ਮਲਾਮ ਦਾ, ਸ਼ਾਇਦ ਇੱਦਾਂ ਇੱਕ ਜਿਹੜੀ ਸਤਰ ਇੰਪੋਰਟੈਂਟ ਹੈ ਐਗਜ਼ਾਮ 'ਚ ਆ ਜਾਂਦੀ ਹੁੰਦੀ। ਅਗਲਾ ਕੁਐਸਚਨ ਹੈ ਜੀ 6, ਹੇਠ ਲਿਖਿਆਂ ਵਿੱਚੋਂ ਕਿਹੜਾ ਕਵੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਸੀ? ਆਪਸ਼ਨ ਹੈ ਜੀ ਵਾਰਿਸ, B ਹੈ ਜੀ ਸਦੀਕ ਲਾਲੀ, C ਹੈ ਜੀ ਹਾਸ਼ਮ, D ਹੈ ਜੀ ਬਹਿਬਲ। ਇਸ ਦਾ ਸਹੀ ਜਿਹੜਾ ਆਨਸਰ ਹੈ ਜੀ ਆਪਸ਼ਨ C ਹੈ ਜੀ ਹਾਸ਼ਮ, ਜਿਸ ਨੂੰ ਪ੍ਰਸਿੱਧੀ ਮਿਲੀ ਜੀ ਸੱਸੀ ਪੁੰਨੂ ਦੇ ਕਿੱਸੇ ਦੇ ਨਾਲ। ਔਰ ਇਸ ਤੋਂ ਇਲਾਵਾ ਜਿਹੜਾ ਹੈ ਕਾਦਰ ਯਾਰ ਹੈ ਉਹ ਵੀ ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਸੀ ਜੀ, ਕਾਦਰ ਯਾਰ ਵੀ। ਔਰ
ਜਿਹੜਾ ਹਾਸ਼ਮ ਹੈ ਜੀ 18ਵੀਂ ਸਦੀ ਦਾ ਕਵੀ ਹੋਇਆ, ਤੀਜੇ ਦੌਰ ਦਾ ਪ੍ਰਮੁੱਖ ਕਿੱਸਾਕਾਰ ਹੋਇਆ ਹਾਸ਼ਮ ਜੀ। ਅੱਗੇ ਜੀ ਕੁਐਸਚਨ ਨੰਬਰ 7, ਅੱਜ ਹੋਵੇ ਸਰਕਾਰ ਤਾਂ ਮੁੱਲ ਪਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸੋ ਇਹਨਾਂ 17 ਦਾ ਰਚੇਤਾ ਹੈ ਜੀ ਆਪਸ਼ਨ ਏ ਜੀ ਮੁਕਬਲ, ਬੀ ਹੈ ਜੀ ਸ਼ਾਹ ਮੁਹੰਮਦ, ਸੀ ਹੈ ਜੀ ਮਟਕ, ਡੀ ਹੈ ਜੀ ਨਜਾਬਤ। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ। ਸੋ ਸ਼ਾਹ ਮੁਹੰਮਦ ਦੁਆਰਾ ਇਹ ਲਿਖੀਆਂ 17 ਨੇ ਜੀ, ਔਰ ਇਹ ਲਈਆਂ ਗਈਆਂ ਨੇ ਜੀ ਉਹਨਾਂ ਦਾ ਜਿਹੜਾ ਪ੍ਰਸਿੱਧ ਜੰਗਨਾਮਾ ਹੈ ਜੀ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਦੇ ਵਿੱਚੋਂ। ਕੁਐਸਚਨ ਨੰਬਰ ਅੱਗੇ 8 ਹੈ ਜੀ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਕਿਸ ਛੰਦ ਵਿੱਚ ਲਿਖਿਆ ਗਿਆ ਹੈ। ਆਪਸ਼ਨ ਏ ਜੀ ਦਵਈਆ, ਬੀ ਹੈ ਜੀ ਬੈਂਤ, ਸੀ ਹੈ ਜੀ ਸਵਈਆ, ਡੀ ਹੈ ਜੀ ਉਪਰੋਕਤ ਸਾਰੇ ਜੀ। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ। ਬੈਂਤ ਛੰਦ ਦੇ ਵਿੱਚ ਲਿਖਿਆ ਗਿਆ ਜੀ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ, ਔਰ ਇਹਦੇ ਜੇਕਰ ਬੰਦ ਪੁੱਛੇ ਜਾਣ ਟੋਟਲ ਕਿੰਨੇ ਨੇ ਤਾਂ 105 ਬੰਦ ਨੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ 9, ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿਆਦਾਤਰ ਰਚਨਾ ਕਿਸ ਭਾਸ਼ਾ ਵਿੱਚ ਹੈ। ਆਪਸ਼ਨ ਏ ਜੀ ਪੰਜਾਬੀ, ਬੀ ਹੈ ਫਾਰਸੀ, ਸੀ ਹੈ ਬ੍ਰਿਜ, ਡੀ ਹੈ ਜੀ ਹਿੰਦੀ। ਸਹੀ ਆਨਸਰ ਆਏਗਾ ਆਪਸ਼ਨ ਸੀ। ਪਰ ਜਿਹੜੀ ਹੈ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਬ੍ਰਜ ਭਾਸ਼ਾ ਦੇ ਵਿੱਚ ਹੈ ਜੀ, ਔਰ ਪੰਜਾਬੀ ਦੇ ਵਿੱਚ 2 ਸ਼ਬਦ ਔਰ ਚੰਡੀ ਦੀ ਵਾਰ ਲਿਖੀ ਹੈ ਜੀ। ਕੁਐਸਚਨ ਨੰਬਰ 10 ਹੈ ਜੀ ਕਿਹੜੀ ਰਚਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਹੈ। ਆਪਸ਼ਨ ਏ ਜੀ ਜਫਰਨਾਮਾ, ਬੀ ਹੈ ਜੀ ਦਸਮ ਗ੍ਰੰਥ, ਸੀ ਹੈ ਜੀ ਬਚਿੱਤਰ ਨਾਟਕ, ਡੀ ਹੈ ਜੀ ਚੌਪਈ। ਤਾਂ ਇਸ ਕੁਐਸਚਨ ਦਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਜੀ ਬਚਿੱਤਰ ਨਾਟਕ। ਸੋ ਬਚਿੱਤਰ ਨਾਟਕ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਹੈ। 14 ਇਸ ਦੇ ਅਧਿਆਏ ਨੇ ਔਰ 471 ਜਿਹੜੇ ਨੇ ਬੰਦ ਨੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 11, ਭਾਈ ਵੀਰ ਸਿੰਘ ਨੂੰ ਪਦਮ ਭੂਸ਼ਣ ਅਵਾਰਡ ਨਾਲ ਕਦੋਂ ਸਨਮਾਨਿਆ ਗਿਆ। ਆਪਸ਼ਨ ਹੈ ਜੀ 1953, ਬੀ ਹੈ 1955, ਸੀ ਹੈ ਜੀ 1956, ਡੀ ਹੈ ਜੀ 1960 ਜੀ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ। 1956 ਦੇ ਵਿੱਚ ਭਾਈ ਵੀਰ ਸਿੰਘ ਜੀ ਨੂੰ ਜਿਹੜਾ ਪਦਮ ਭੂਸ਼ਣ ਅਵਾਰਡ ਮਿਲਿਆ ਸੀ ਜੀ, ਔਰ ਭਾਈ ਵੀਰ ਸਿੰਘ ਨੂੰ ਆਪਾਂ ਨੂੰ ਪਤਾ ਹੈ ਕਿ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਅਤੇ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 12, ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ। 17 ਦਾ ਲੇਖਕ ਹੈ। ਆਪਸ਼ਨ ਹੈ ਜੀ ਧਨੀ ਰਾਮ ਚਾਤ੍ਰਿਕ, ਬੀ ਹੈ ਜੀ ਪੂਰਨ ਸਿੰਘ, ਸੀ ਹੈ ਜੀ ਭਾਈ ਵੀਰ ਸਿੰਘ, ਡੀ ਹੈ ਜੀ ਪ੍ਰੋਫੈਸਰ ਮੋਹਨ ਸਿੰਘ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ। ਭਾਈ ਵੀਰ ਸਿੰਘ ਦੀਆਂ ਇਹ 17 ਨੇ ਜੀ, ਔਰ ਉਹਨਾਂ ਦੀ ਰੁਬਾਈ ਹੈ ਜੀ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ, ਉਸ ਦੇ ਵਿੱਚੋਂ ਇਹ ਲਈਆਂ ਗਈਆਂ ਨੇ। ਕੁਐਸਚਨ ਨੰਬਰ ਅੱਗੇ 13 ਹੈ ਜੀ ਨੂਰ ਜਹਾਨ ਬਾਦਸ਼ਾਹ ਬੇਗਮ ਗੁਰਮੁਖੀ ਲਿਪੀ ਵਿੱਚ ਕਦੋਂ ਪ੍ਰਕਾਸ਼ਿਤ ਕੀਤੀ ਗਈ। ਆਪਸ਼ਨ ਹੈ ਜੀ 1944, ਬੀ ਹੈ ਜੀ 1953, ਸੀ ਹੈ ਜੀ 1950, ਡੀ ਹੈ ਜੀ 1968। ਆਨਸਰ ਆਏਗਾ ਜੀ ਆਪਸ਼ਨ ਬੀ ਜੀ। ਸੋ ਧਨੀ ਰਾਮ ਚਾਤ੍ਰਿਕ ਦਾ ਲਿਖੀ ਹੋਈ ਹੈ ਜੀ ਇਹ, ਔਰ ਇਹ ਜਿਹੜੀ ਲੰਬੀ ਕਵਿਤਾ ਹੈ ਜੀ ਜੋ ਮਹਾਰਾਣੀ ਮੁਗਲ ਮਹਾਰਾਣੀ ਹੈ ਜੀ ਨੂਰ ਜਹਾਨ ਦੇ ਜੀਵਨ ਅਤੇ ਚਰਿੱਤਰ ਬਾਰੇ ਲਿਖੀ ਗਈ ਹੈ ਜੀ, ਔਰ ਪਹਿਲੀ ਵਾਰ ਇਹ 1944 ਦੇ ਵਿੱਚ ਜਿਹੜੀ ਹੈ ਸ਼ਾਹਮੁਖੀ ਦੇ ਲਿਪੀ ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ, ਔਰ ਮੁੜ ਕੇ ਦੁਬਾਰਾ ਫਿਰ 1953 ਦੇ ਵਿੱਚ ਜਿਹੜਾ ਇਸ ਨੂੰ ਗੁਰਮੁਖੀ ਲਿਪੀ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 14, ਹਲ ਵਾਹੁਣ ਵਾਲੇ ਕਵਿਤਾ ਦਾ ਰਚੇਤਾ ਹੈ। ਆਪਸ਼ਨ ਹੈ ਜੀ ਪ੍ਰੋਫੈਸਰ ਮੋਹਨ ਸਿੰਘ, ਬੀ ਹੈ ਜੀ ਪ੍ਰੋਫੈਸਰ ਪੂਰਨ ਸਿੰਘ, ਸੀ ਹੈ ਜੀ ਧਨੀ ਰਾਮ ਚਾਤ੍ਰਿਕ, ਡੀ ਹੈ ਜੀ ਪਿਆਰਾ ਸਿੰਘ। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ। ਪ੍ਰੋਫੈਸਰ ਪੂਰਨ ਸਿੰਘ ਜੋ ਕਿ ਖੁੱਲ੍ਹੀ ਕਵਿਤਾ ਦੇ ਮੋਢੀ ਨੇ ਜੀ, ਉਹਨਾਂ ਵੱਲੋਂ ਲਿਖੀ ਕਵਿਤਾ ਹੈ ਜੀ ਹਲ ਵਾਹੁਣ ਵਾਲੇ, ਔਰ ਇਹ ਖੁੱਲ੍ਹੇ ਮੈਦਾਨ ਕਾਵਿ ਸੰਗ੍ਰਹਿ ਦੇ ਵਿੱਚੋਂ ਉਸਦਾ ਜਿਹੜਾ 5 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਜੀ ਖੁੱਲ੍ਹੇ ਕਾਵਿ ਸੰਗ੍ਰਹਿ, ਖੁੱਲ੍ਹੇ ਮੈਦਾਨ ਕਾਵਿ ਸੰਗ੍ਰਹਿ ਨੂੰ, ਔਰ ਉਸਦੇ ਜਿਹੜਾ ਦੂਜੇ ਭਾਗ ਦਾ ਜਿਹੜਾ ਹੈਗਾ ਚਨਾਹ ਦੀਆਂ ਲਹਿਰਾਂ, ਸੋ ਉਸ ਦੇ ਵਿੱਚੋਂ ਇਹ ਕਵਿਤਾ ਜਿਹੜੀ ਲਈ ਗਈ ਹੈ ਜੀ। ਅੱਗੇ ਜੀ ਕੁਐਸਚਨ ਨੰਬਰ 15, ਫੈਸ਼ਨਦਾਰ ਵਹੁਟੀ ਕਾਵਿ ਸੰਗ੍ਰਹਿ ਕਿਸ ਕਵੀ ਦਾ ਹੈ। ਆਪਸ਼ਨ ਹੈ ਜੀ ਸ਼ਿਵ ਕੁਮਾਰ ਬਟਾਲਵੀ, ਬੀ ਹੈ ਚਰਨ ਸਿੰਘ ਸ਼ਹੀਦ, ਸੀ ਹੈ ਜੀ ਪ੍ਰੋਫੈਸਰ ਮੋਹਨ ਸਿੰਘ, ਡੀ ਹੈ ਜੀ ਪਿਆਰਾ ਸਿੰਘ ਸਹਿਰਾਈ। ਆਨਸਰ ਆਏਗਾ ਜੀ ਆਪਸ਼ਨ ਬੀ ਜੀ ਚਰਨ ਸਿੰਘ ਸ਼ਹੀਦ ਦੀ ਜਿਹੜੀ ਹੈ ਇਹ ਕਵਿਤਾ ਹੈ ਜੀ ਫੈਸ਼ਨਦਾਰ ਵਹੁਟੀ, ਔਰ ਇਹ ਜਿਹੜਾ ਹੈ ਕਾਵਿ ਸੰਗ੍ਰਹਿ ਹੈ ਜੀ ਇੱਕ, ਇਸ ਦੇ ਵਿੱਚ 44 ਕਵਿਤਾਵਾਂ ਨੇ ਜੀ ਫੈਸ਼ਨਦਾਰ ਵਹੁਟੀ ਦੇ ਵਿੱਚ, ਔਰ ਇਹ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪਹਿਲਾਂ ਮੌਜੀ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਹੁੰਦੀਆਂ ਸਨ, ਔਰ ਇਸ ਵਿਚਲੀਆਂ ਸਾਰੀਆਂ ਕਵਿਤਾਵਾਂ ਦੀ ਇੱਕ ਜਿਹੜੀ ਹੈ ਸਮੱਸਿਆ ਉਹ ਫੈਸ਼ਨਦਾਰ ਵਹੁਟੀ ਹੈ। ਇਸ ਵਿਚਲੀਆਂ ਕਵਿਤਾਵਾਂ ਫੈਸ਼ਨ ਦੀ ਗੁਲਾਮੀ ਤੋਂ ਬਚਣ ਬਾਰੇ ਹਦਾਇਤਾਂ ਦੇਣ ਵਾਲੀਆਂ ਨੇ ਜੀ, ਔਰ ਇਹਨਾਂ ਕਵਿਤਾਵਾਂ ਦੀ ਉਸ ਸਮੇਂ ਜ਼ਰੂਰਤ ਸੀ ਜਦੋਂ ਭਾਰਤ ਦੀਆਂ ਵਿਸ਼ੇਸ਼ ਕਰਕੇ ਪੰਜਾਬ ਦੀਆਂ ਔਰਤਾਂ ਜਿਹੜੀਆਂ ਨੇ ਪੱਛਮੀ ਔਰਤਾਂ ਦੇ ਭੜਕੀਲੇਪਨ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਸੱਭਿਆਚਾਰ ਜਿਹੜੀਆਂ ਕੀਮਤਾਂ ਸੀ ਅਤੇ ਤਹਿਜੀਬ ਸੀ ਉਹਨਾਂ ਗੁਣਾਂ ਨੂੰ
ਭੁੱਲ ਰਹੀਆਂ ਸੀ। ਔਰ ਚਰਨ ਸਿੰਘ ਸ਼ਹੀਦ ਨੇ ਮੌਜੀ ਅਖਬਾਰ ਵਿੱਚ ਇਹ ਸਿਰਲੇਖ ਦੇ ਕੇ ਲਿਖਾਰੀਆਂ ਕੋਲੋਂ ਇਸ ਵਿਸ਼ੇ ਨਾਲ ਸੰਬੰਧਿਤ ਕਵਿਤਾਵਾਂ ਦੀ ਮੰਗ ਕੀਤੀ ਸੀ। ਔਰ ਇਸ ਸੰਗ੍ਰਹਿ ਵਿੱਚ ਜਿਹੜੀਆਂ 40 ਕਵਿਤਾਵਾਂ 44 ਕਵਿਤਾਵਾਂ ਨੇ, ਇਹਨਾਂ ਦੇ ਵਿੱਚ ਚਰਨ ਸਿੰਘ ਤੋਂ ਬਿਨਾਂ ਜਿਹੜਾ ਹੋਰ ਵੀ ਕਵੀ ਜਿਵੇਂ ਈਸ਼ਰ ਸਿੰਘ ਭਿਖਾਰੀ ਜੀ, ਮਨਸਾ ਸਿੰਘ ਦੁਖੀ, ਹਰਨਾਮ ਦਾਸ, ਹਰਨਾਮ ਕੌਰ, ਇੱਦਾਂ ਦੇ ਜਿਹੜੇ ਹੋਰ ਕਵੀ ਨੇ ਉਹਨਾਂ ਦੇ ਕਵਿਤਾਵਾਂ ਵੀ ਇਸ ਦੇ ਵਿੱਚ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 16, ਮਲਿਆਂ ਦੇ ਬੇਰ ਕਾਵਿ ਸੰਗ੍ਰਹਿ ਦਾ ਰਚੇਤਾ ਹੈ। ਆਪਸ਼ਨ ਹੈ ਜੀ ਗਿਆਨੀ ਹੀਰਾ ਸਿੰਘ ਦਰਦ, ਬੀ ਹੈ ਜੀ ਚਰਨ ਸਿੰਘ ਸ਼ਹੀਦ, ਸੀ ਹੈ ਜੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਡੀ ਹੈ ਜੀ ਪ੍ਰੋਫੈਸਰ ਪੂਰਨ ਸਿੰਘ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਇਹ ਕਾਵਿ ਸੰਗ੍ਰਹਿ ਹੈ ਜੀ ਮਲਿਆਂ ਦੇ ਬੇਰ, ਜਿਸ ਦੇ ਵਿੱਚ ਅੱਜ ਦਾ ਤਰਲਾ, ਬੇਸਮਝ ਬੱਚਾ, ਸਮਝਦਾਰ ਗੱਭਰੂ, ਚੁਗਲਖੋਰ, ਕੁੱਲੀ, ਮਲਿਆਂ ਦੇ ਬੇਰ, ਆਨੰਦਪੁਰੀ, ਅਕਾਲੀ ਨੂੰ ਮੇਰੀ ਦੁਨੀਆ, ਹਨੇਰੀ ਆਦਿ ਜਿਹੜੀਆਂ ਕਵਿਤਾਵਾਂ ਉਹ ਸ਼ਾਮਲ ਨੇ। ਅੱਗੇ ਕੁਐਸਚਨ ਹੈ ਜੀ ਕੁਐਸਚਨ ਨੰਬਰ 17, 94 ਸ਼ੌਂਕਣ ਮੇਲੇ ਦੀ ਕਿਸ ਦਾ ਪ੍ਰਮੁੱਖ ਗੀਤ ਹੈ। ਆਪਸ਼ਨ ਹੈ ਜੀ ਪਿਆਰਾ ਸਿੰਘ ਸਰਾਈ, ਬੀ ਹੈ ਜੀ ਸੁਰਜੀਤ ਪਾਤਰ, ਸੀ ਹੈ ਜੀ ਨੰਦ ਲਾਲ ਨੂਰਪੁਰੀ, ਡੀ ਹੈ ਜੀ ਪ੍ਰੋਫੈਸਰ ਮੋਹਨ ਸਿੰਘ। ਤਾਂ ਇਸ ਦਾ ਸਹੀ ਜਿਹੜਾ ਆਨਸਰ ਆਏਗਾ ਜੀ ਆਪਸ਼ਨ ਸੀ ਜੀ, ਨੰਦ ਲਾਲ ਨੂਰਪੁਰੀ ਦਾ ਜਿਹੜਾ ਇੱਕ ਇਹ ਪ੍ਰਮੁੱਖ ਗੀਤ ਹੈ ਜੀ। 94 ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ, ਅੱਗੇ ਸ਼ਾਇਦ ਵਰਡਿੰਗ ਇਹਦੀ ਇੱਦਾਂ ਦੀ ਹੈ ਜੀ। ਔਰ ਇਸ ਤੋਂ ਇਲਾਵਾ ਗੋਰੀ ਦੀਆਂ ਝਾਂਜਰਾਂ, ਜੋ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਪਈਆਂ, ਇਹ ਵੀ ਗੀਤ ਤੁਸੀਂ ਸੁਣਿਆ ਹੋਊਗਾ। ਔਰ ਇਸ ਤੋਂ ਇਲਾਵਾ ਹੋਰ ਮਸ਼ਹੂਰ ਗੀਤ ਨੇ ਜੀ ਇਹਨਾਂ ਦੇ, ਜਿਵੇਂ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਕਿੱਥੇ ਮਾਤਾ ਤੋਰਿਆ ਜੀਤੇ ਜੁਝਾਰ ਨੂੰ, ਦਾਤਾ ਦੀਆਂ ਬੇਪਰਵਾਹੀਆਂ ਤੋਂ ਓਏ ਬੇਪਰਵਾਹ ਡਰਿਆ ਕਰ, ਔਰ ਇੱਥੋਂ ਉੱਡ ਜਾ ਭੋਲਿਆ ਪੰਛੀਆ, ਕਾਨੂੰ ਵੇ ਪਿਪਲਾ ਖੜਖੜ ਲਾਈਏ, ਗੱਡੀ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ। ਸੋ ਇਹ ਪ੍ਰਮੁੱਖ ਜਿਹੜੇ ਗੀਤ ਨੇ ਜੀ ਨੰਦ ਲਾਲ ਨੂਰਪੁਰੀ ਦੇ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 18, ਪਾਪ ਦੇ ਸੋਲੇ ਕਿਸ ਕਵੀ ਦੀ ਪੁਸਤਕ ਹੈ। ਆਪਸ਼ਨ ਹੈ ਜੀ ਪ੍ਰੋਫੈਸਰ ਹਰਭਜਨ ਸਿੰਘ, ਬੀ ਹੈ ਜੀ ਪ੍ਰੀਤਮ ਸਿੰਘ ਸਫੀਰ, ਸੀ ਹੈ ਚਰਨ ਸਿੰਘ ਸ਼ਹੀਦ, ਡੀ ਹੈ ਜੀ ਲਾਲ ਸਿੰਘ ਕਮਲਾ ਅਕਾਲੀ। ਤਾਂ ਇਸ ਕੁਐਸਚਨ ਦਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ। ਸੋ ਪ੍ਰੀਤਮ ਸਿੰਘ ਸਫੀਰ ਦੀ ਰਚਨਾ ਹੈ ਜੀ ਪਾਪ ਦੇ ਸੋਲੇ, ਔਰ 1943 ਦੇ ਵਿੱਚ ਇਹ ਜਿਹੜੀ ਹੈ ਪ੍ਰਕਾਸ਼ਿਤ ਹੋਈ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 19, ਬਾਵਾ ਬਲਵੰਤ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਆਪਸ਼ਨ ਏ ਹੈ ਜੀ ਅਮਰਗੀਤ, ਬੀ ਹੈ ਜੀ ਜਵਾਲਾਮੁਖੀ, ਸੀ ਹੈ ਜੀ ਕਾਵਿ ਸਾਗਰ, ਡੀ ਹੈ ਜੀ ਮਹਾਨਾਚ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਮਹਾਨਾਚ ਜਿਹੜਾ ਹੈ ਪਹਿਲਾ ਕਾਵਿ ਸੰਗ੍ਰਹਿ ਸੀ ਜੀ ਬਾਵਾ ਬਲਵੰਤ ਜੀ ਦਾ, ਔਰ 1941 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਕੁੱਲ 75 ਕਵਿਤਾਵਾਂ ਸੀ ਜੀ ਇਸ ਦੇ ਵਿੱਚ, ਜਿਸ ਦੇ ਵਿੱਚੋਂ ਪ੍ਰਮੁੱਖ ਸੀ ਤੇਰਾ ਮੇਲ, ਮੇਰੇ ਘਰ ਦੇ ਸਾਹਮਣੇ, ਬਾਗੀ, ਦੂਰ ਇੱਕ, ਬਹਿਲ ਖੜੀ, ਦੇਸ਼ ਭਗਤੀ, ਉੱਚੇ ਨਿਸ਼ਾਨਾਂ ਵਾਲਿਓ, ਪਾਰੋ, ਇਹ ਜਿਹੜੀਆਂ ਪ੍ਰਮੁੱਖ ਕਵਿਤਾਵਾਂ ਸੀ ਜੀ। ਅੱਗੇ ਜੀ ਕੁਐਸਚਨ ਨੰਬਰ 20, ਅੰਮ੍ਰਿਤਾ ਪ੍ਰੀਤਮ ਨੂੰ ਰਾਜ ਸਭਾ ਮੈਂਬਰ ਕਦੋਂ ਨਾਮਜ਼ਦ ਕੀਤਾ ਗਿਆ। ਆਪਸ਼ਨ ਹੈ ਜੀ 1980, ਬੀ ਹੈ ਜੀ 1982, ਸੀ ਹੈ ਜੀ 1986, ਡੀ ਹੈ ਜੀ 2002। ਸਹੀ ਆਨਸਰ ਹੈ ਜੀ ਆਪਸ਼ਨ ਸੀ 1986 ਦੇ ਵਿੱਚ ਜਿਹੜਾ ਹੈ ਅੰਮ੍ਰਿਤਾ ਪ੍ਰੀਤਮ ਜੀ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 21, ਆਟੇ ਦੀਆਂ ਚਿੜੀਆਂ ਕਿਸ ਕਵੀ ਦਾ ਪ੍ਰਸਿੱਧ ਕਾਵਿ ਸੰਗ੍ਰਹਿ ਹੈ। ਆਪਸ਼ਨ ਹੈ ਜੀ ਜਸਵੰਤ ਸਿੰਘ ਨੇਕੀ, ਬੀ ਹੈ ਜੀ ਅੰਮ੍ਰਿਤਾ ਪ੍ਰੀਤਮ, ਸੀ ਹੈ ਜੀ ਜਗਤਾਰ, ਡੀ ਹੈ ਜੀ ਸ਼ਿਵ ਕੁਮਾਰ ਬਟਾਲਵੀ। ਤਾਂ ਇਹਦਾ ਸਹੀ ਜਿਹੜਾ ਆਨਸਰ ਹੈ ਜੀ ਆਪਸ਼ਨ ਡੀ ਹੈ ਜੀ, ਸ਼ਿਵ ਕੁਮਾਰ ਬਟਾਲਵੀ ਜੀ ਦਾ ਕਾਵਿ ਸੰਗ੍ਰਹਿ ਹੈ ਜੀ ਆਟੇ ਦੀਆਂ ਚਿੜੀਆਂ। 1962 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀ, ਔਰ 1962 ਦੇ ਵਿੱਚ ਹੀ ਭਾਸ਼ਾ ਵਿਭਾਗ ਵੱਲੋਂ ਜਿਹੜਾ ਹੈ ਇਸ ਨੂੰ ਸਰਵੋਤਮ ਰਚਨਾ ਹੋਣ ਦਾ ਮਾਣ ਜਿਹੜਾ ਹਾਸਲ ਉਹ ਹੋਇਆ ਸੀ ਜੀ। ਅੱਗੇ ਹੈ ਜੀ ਕੁਐਸਚਨ ਨੰਬਰ 22, ਸ਼ਿਵ ਕੁਮਾਰ ਦੀ ਪੁਸਤਕ ਲੂਣਾ ਨੂੰ ਕਦੋਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਆਪਸ਼ਨ ਹੈ ਜੀ 1967, ਬੀ ਹੈ ਜੀ 1966, ਸੀ ਹੈ ਜੀ 1965, ਡੀ ਹੈ ਜੀ 1962 ਜੀ। ਸਹੀ ਆਨਸਰ ਹੈ ਜੀ ਆਪਸ਼ਨ ਏ ਜੀ, 1967 ਦੇ ਵਿੱਚ ਜਿਹੜਾ ਹੈ ਸ਼ਿਵ ਕੁਮਾਰ ਦੀ ਪੁਸਤਕ ਲੂਣਾ ਨੂੰ ਭਾਰਤੀ ਸਾਹਿਤ ਪੁਰਸਕਾਰ ਮਿਲਿਆ ਸੀ, ਔਰ 1965 ਦੇ ਵਿੱਚ ਇਹ ਪ੍ਰਕਾਸ਼ਿਤ ਹੋਈ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 23, ਡਾਕਟਰ ਜਸਵੰਤ ਸਿੰਘ ਨੇਕੀ ਦੀ ਕਿਸ ਰਚਨਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਆਪਸ਼ਨ ਹੈ ਜੀ ਨਾ ਇਹ ਗੀਤ, ਨਾ ਬਿਰਹੜਾ, ਬੀ ਹੈ ਜੀ ਕਰਨਾ ਦੀ ਸ਼ੋਅ ਤੋਂ ਮਗਰੋਂ, ਸੀ ਹੈ ਜੀ ਬਿਰਖੇ ਹੇਠ ਸਭ ਜੰਤ, ਡੀ ਹੈ ਜੀ ਸਦਾ ਵਿਗਾਸ। ਆਨਸਰ ਆਏਗਾ ਜੀ ਆਪਸ਼ਨ ਬੀ, ਕਰਨਾ ਦੀ ਸ਼ੋਅ ਮਗਰੋਂ। ਸੋ ਜਸਵੰਤ ਸਿੰਘ ਨੇਕੀ ਦੀ ਇਸ ਪੁਸਤਕ ਨੂੰ ਜਿਹੜਾ ਹੈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਜੀ 1979 ਦੇ ਵਿੱਚ, ਔਰ ਪ੍ਰਕਾਸ਼ਿਤ ਹੋਈ ਸੀ ਇਹ 1977 ਦੇ ਵਿੱਚ ਜੀ।
क्वेश्चन नंबर 24 जी, रुत्ता रांगलियां किसका गीत संग्रह है? ऑप्शन ए है जी पाश दा, बी है जी बाबा बलवंत, सी है जी डॉक्टर जगतार, डी है जी प्रीतम सिंह। आंसर आएगा ऑप्शन सी जी। सो डॉक्टर जगतार का गीत है जी रुत्ता, गीत संग्रह है रुत्ता रांगलियां और पेंडू जीवन के नाल यह संबंधित है जी। अगे जी क्वेश्चन नंबर 25, अवतार सिंह पाश का प्रथम काव्य संग्रह है। ऑप्शन ए जी गुलपाश, बी है जी उड़ते बाजा मगर, सी है जी लोक कथा, डी है जी अपने नाल गल्लां। आंसर है जी ऑप्शन सी लोक कथा। डॉक्टर अवतार सिंह पाश का जोड़ा है पहला काव्य संग्रह है जो 1970 के प्रकाशित होया सी जी। क्वेश्चन नंबर 26 जी, हवा विच लिखे हरफ सुरजीत पात्र का लिखिया की है जी? ऑप्शन ए जी काव्य संग्रह, बी है जी कहानी संग्रह, सी है जी गजल संग्रह, डी है जी लेख संग्रह। आंसर आएगा जी ऑप्शन सी जी गजल संग्रह है जी। और इस तो इलावा उन्होंने कविता गीत ते गजल ते हथ अजमाया जी। और यह जोड़ा गजल संग्रह सी हवा विच लिखे हरफ, ये 1779 के प्रकाशित होया सी जी। क्वेश्चन नंबर अगे 27 है जी, गुरबख्श सिंह प्रीतलड़ी का हर रचना का मूल केंद्र प्यार फलसफा है, उसका प्रीत फलसफा आधारित है। ऑप्शन ए जी प्यार एहसास ते, बी है जी प्यार कब्जा ते पहचान है, सी है जी प्यार कब्जा नहीं एहसास है, डी है जी प्यार कब्जा नहीं पहचान है। आंसर है जी ऑप्शन डी जी। सो उन्हों का जोड़ा फलसफा है जी प्रीत फलसफा वो आधारित है इस ते कि प्यार जोड़ा है वह कब्जा नहीं पहचान है। अगला है जी क्वेश्चन नंबर 28, कोदरे की रोटी गुरबख्श सिंह की रचना है। ऑप्शन ए जी कहानी, बी है जी नावल, सी है जी नाटक, डी है जी लेख। आंसर है जी ऑप्शन सी जी। सो कोदरे की रचना कोदरे की रोटी जी है वो नाटक है जी और गुरबख्श सिंह का लिखिया होया जी। अगला क्वेश्चन है जी क्वेश्चन नंबर 29, हंजुआ का हार कहानी संग्रह का रचेता है। ऑप्शन है जी गुरबख्श सिंह प्रीतलड़ी, बी है जी गुरमुख सिंह मुसाफर, सी है जी नानक सिंह, डी है जी वरियाम संधू। आंसर है जी ऑप्शन सी जी नानक सिंह की रचना है जी हंजुआ का हार और कहानी संग्रह है जी ये और 1934 के प्रकाशित होया सी और इसके 8 कहानियां ने जी। क्वेश्चन नंबर 30 है जी, सांझी कंध कहानी संग्रह का रचेता है। ऑप्शन है जी गुरदयाल सिंह, बी है जी अमृता प्रीतम, सी है जी संतोख सिंह धीर, डी है जी नानक सिंह। आंसर आएगा जी ऑप्शन सी जी। सांझी कंध की है कहानी संग्रह है जी और यह जोड़ा है संतोख सिंह धीर का है 1958 के प्रकाशित होया सी और इसके 10 कहानियां ने। सो ये सी जी अज की अपनी पंजाबी की वीडियो वधिया लगे तो प्लीज़ वध तो वध शेयर लाइक और जरूर करो और होर वीडियो देखने के लिए चैनल को सबसक्राइब भी जरूर कर लो। थैंक यू फॉर वॉचिंग द वीडियो।